So I just observed. I came here teaching you and just noticed that कि मैं ਇੱਥੇ ਹੀ recording off ਕਰਤੀ ਸੀ ਠੀਕ ਹੈ to some for some distraction you can see ਮੈਂ ਦਾ ਇੱਥੋਂ off ਕੀਤੀ ਸੀ ਠੀਕ ਹੈ ਤੇ ਦੁਬਾਰਾ ਤੋਂ ਮੈਂ on ਕਰਨੀ ਭੁੱਲ ਗਈ and I was just teaching ਤੇ ਮੈਂ ਇੰਨਾ ਜ਼ਿਆਦਾ ਪੜ੍ਹਾ ਦਿੱਤਾ ਸੀਗਾ now I have to do it all again ਚਲੋ ਇੱਥੇ ਸੀ ਆਪਾਂ ਜਿਹੜੀ ਨਵੋਲ ਹੁੰਦੀ ਆ ਪੋਲਨ ਗ੍ਰੇਨ ਨੂੰ ਪਰ ਟਾਈਮ ਕਹਿੰਦੇ ਉੱਥੇ ਦੀ ਕੰਟੀਨਿਊਸ ਹੁੰਦੀ ਹੈ ਤੇ ਸੈਲੂਲੋਸ ਤੇ ਪੈਕਟਿਨ ਦੀ ਬਣੀ ਹੁੰਦੀ ਜਿਹੜਾ ਸਾਈਟੋਪਲਾਜ਼ਮ ਦਾ ਪੋਲਨ ਗ੍ਰੇਨ ਦਾ ਪਲਾਜ਼ਮਾ ਮੈਂਬਰੇਨ ਦੇ ਨਾਲ ਕਵਰਡ ਹੁੰਦਾ ਜਿਹੜਾ ਸਾਈਟੋਪਲਾਜ਼ਮ ਤੇ ਜਿਹੜਾ ਪੋਲਨ ਗ੍ਰੇਨ ਆ ਠੀਕ ਹੈ ਜਦੋਂ ਮੈਚੁਰ ਹੁੰਦਾ ਤਾਂ ਉਹਦੇ ਕੋਲ ਦੋ ਸੈਲਸ ਹੁੰਦੇ ਆ ਇੱਕ ਹੁੰਦਾ ਹੈਗਾ ਵੈਜੀਟੇਟਿਵ ਸੈਲ ਤੇ ਇੱਕ ਹੁੰਦਾ ਹੈਗਾ ਜਨਰੇਟਿਵ ਸੈਲ ਜਿਹੜਾ ਵੈਜੀਟੇਟਿਵ ਸੈਲ ਹੁੰਦਾ ਉਹ ਵੱਡਾ ਹੁੰਦਾ ਤੇ ਉਹਦੇ ਕੋਲ ਅਬੰਡੈਂਟ ਫੂਡ ਰਿਜ਼ਰਵ ਹੁੰਦਾ ਹੈਗਾ ਤੇ ਇੱਕ ਲਾਰਜ ਇਰੈਗੂਲਰਲੀ ਸ਼ੇਪਡ ਨਿਊਕਲੀਅਸ ਹੁੰਦਾ ਹੈਗਾ ਠੀਕ ਹੈ ਤੇ ਦੂਜਾ ਜਿਹੜਾ ਜਨਰੇਟਿਵ ਸੈਲ ਉਹ ਛੋਟਾ ਹੁੰਦਾ ਹੈਗਾ ਤੇ ਵੈਜੀਟੇਟਿਵ ਸੈਲ ਦੇ ਸਾਈਟੋਪਲਾਜ਼ਮ ਦੇ ਵਿੱਚ ਉਹ ਫਲੋਟ ਕਰਦਾ ਹੈਗਾ ਠੀਕ ਹੈ ਤੇ ਛੋਟਾ ਕਿਉਂ ਹੁੰਦਾ ਕਿਉਂਕਿ ਉਹਦਾ ਜ਼ਿੰਦਾ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈਗਾ ਕਿਉਂਕਿ ਉਹੀ ਆ ਜਿਹ ਤੋਂ ਕਿ ਦੋ ਮੇਲ ਕਮੀਟ ਬਣਨੇ ਹੁੰਦੇ ਆ ਜਨਰੇਟਿਵ ਸੈਲ ਇਸ ਦਾ ਵੰਸ਼ ਤੋਂ ਕਿ ਦੋ ਮੇਲ ਕਮੀਟ ਬਣਨੇ ਹੁੰਦੇ ਆ ਠੀਕ ਆ ਤੇ ਮੇਲ ਕਮੀਟ ਦਾ ਕੰਮ ਕੀ ਆ ਫਰਟੀਲਾਈਜੇਸ਼ਨ ਦਾ ਠੀਕ ਹੈ ਤਾਂ ਉਹ ਜਿੰਨਾ ਛੋਟਾ ਹੋਊਗਾ ਉਹਨਾਂ ਘੱਟ ਉਹਨੂੰ ਨਿਊਟ੍ਰੀਸ਼ਨ ਚਾਹੀਦਾ ਹੋਊਗਾ ਤੇ ਵੈਜੀਟੇਟਿਵ ਸੈਲ ਜਿਹੜਾ ਵੱਡਾ ਹੋਊਗਾ ਉਹਨਾਂ ਵੱਧ ਨਿਊਟ੍ਰੀਸ਼ਨ ਪ੍ਰੋਵਾਈਡ ਕਰ ਸਕਦਾ ਹੈਗਾ ਰਾਈਟ ਐਂਡ ਜਿਹੜਾ ਜਨਰੇਟਿਵ ਸੈਲ ਉਹ ਸਪਿੰਡਲ ਸ਼ੇਪ ਹੁੰਦਾ ਹੈਗਾ ਠੀਕ ਹੈ ਤੇ ਉਹਦੇ ਕੋਲ ਕੀ ਹੁੰਦਾ ਡੈਂਸ ਸਾਈਟੋਪਲਾਜ਼ਮ ਹੁੰਦਾ ਐਂਡ ਇੱਕ ਨਿਊਕਲੀਅਸ ਪ੍ਰੈਜ਼ੈਂਟ ਹੁੰਦਾ ਹੈਗਾ ਸੋ ਹੇਅਰ ਵੀ ਸ਼ੁਡ ਸੀ ਦ ਫਿਗਰ ਬਿਫੋਰ ਤੇ ਆਹ ਆਪਣਾ ਕੀ ਆ ਮਾਈਕਰੋਸਪੋਰ ਟੈਟਰਾਡ ਆ ਮਤਲਬ ਕਿ ਜਦੋਂ ਮਾਈਕਰੋਸਪੋਰ ਵਾਲੇ ਸੈਲ ਤੋਂ ਮਾਈਕਰੋਸਪੋਰਸ ਬਣਦੇ ਆ ਤਾਂ ਇਹਦਾ ਮਾਈਕਰੋਸਪੋਰ ਟੈਟਰਾਡ ਦੇ ਵਿੱਚ ਅਰੇਂਜ ਹੁੰਦੇ ਆ ਤੇ ਜਿਹੜੇ ਇਹ ਕੈਲੋਸ ਸ਼ੂਗਰ ਦੇ ਨਾਲ ਅਟੈਚਡ ਹੁੰਦਾ ਹੈਗਾ ਠੀਕ ਹੈ ਤੇ ਜਦੋਂ ਟੇਪਟਮ ਦੇ ਵਿੱਚੋਂ ਕੈਲੇਜ਼ ਐਂਜ਼ਾਈਮ ਸਿਕਰੇਟ ਹੁੰਦਾ ਤੇ ਉਹ ਇਹਦੇ ਉੱਪਰ ਕੈਲੋਸ ਸ਼ੂਗਰ ਦੇ ਉੱਪਰ ਐਕਟ ਕਰਦਾ ਤਾਂ ਅੱਧ ਸਾਰੇ ਦੇ ਸਾਰੇ ਮਾਈਕਰੋਸਪੋਰਸ ਜਿਹੜੇ ਡਿਸੋਸ਼ੀਏਟ ਹੋ ਜਾਂਦੇ ਆ ਤੇ ਇੱਦਾਂ ਦਾ ਆਪਣੇ ਕੋਲ ਇੱਕ ਸਿੰਗਲ ਮਾਈਕਰੋਸਪੋਰ ਆ ਗਿਆ ਠੀਕ ਹੈ ਸਿੰਗਲ ਆ ਗਏ ਸਾਰੇ ਦੇ ਸਾਰੇ ਜਿਹੜੇ ਵੀ ਆ ਠੀਕ ਹੈ ਉਹਨਾਂ ਦੇ ਵਿੱਚ ਫਿਰ ਵੈਕਿਊਲਸ ਜਿਹੜੇ ਆ ਇੱਕ ਪਾਸੇ ਵੈਕਿਊਲ ਬਣਦੇ ਆ ਵਾਈ ਵੈਕਿਊਲ ਦੀ ਫਾਰਮੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਆਪਾਂ ਨੇ ਏਸੀਮੈਟ੍ਰੀਕਲ ਸਪਿੰਡਲ ਬਣਾਉਣੀ ਹੈ ਏਸੀਮੈਟ੍ਰੀਕਲ ਸਪਿੰਡਲ ਕਿਉਂ ਬਣਾਉਣੀ ਹੁੰਦੀ ਆ ਕਿਉਂਕਿ ਆਪਾਂ ਨੇ ਇਕੁਅਲ ਡਿਵੀਜ਼ਨ ਨਹੀਂ ਕਰਨੀ ਠੀਕ ਹੈ ਆਪਾਂ ਨੇ ਇੱਕ ਸੈੱਲ ਬਹੁਤ ਵੱਡਾ ਬਣਾਉਣਾ ਤੇ ਦੂਜਾ ਸੈੱਲ ਬਹੁਤ ਛੋਟਾ ਬਣਾਉਣਾ ਗਾ ਠੀਕ ਹੈ ਉਹਦੇ ਵਾਸਤੇ ਸਪਿੰਡਲ ਜਿਹੜੀ ਆ ਉਹ ਏਸੀਮੈਟ੍ਰਿਕ ਹੋਣੀ ਚਾਹੀਦੀ ਆ ਠੀਕ ਹੈ ਸੋ ਇਸ ਕਰਕੇ ਇੱਥੇ ਵੈਕਿਊਲ ਫਾਰਮੇਸ਼ਨ ਹੋਈ ਤਾਂ ਇੱਥੇ ਕੀ ਆ ਏਸੀਮੈਟ੍ਰਿਕ ਸਪਿੰਡਲ ਬਣਿਆ ਠੀਕ ਹੈ ਏਸੀਮੈਟ੍ਰਿਕਲ ਸਪਿੰਡਲ ਬਣਨ ਤੋਂ ਬਾਅਦ ਜਿਹੜਾ ਇੱਕ ਯੂ ਕੈਨ ਸੇ ਮਾਈਕਰੋਸਪੋਰ ਸੀਗਾ ਠੀਕ ਹੈ ਉਹ ਕੀ ਆ ਦੋ ਸੈਲਸ ਦੇ ਵਿੱਚ ਡਿਵਾਈਡ ਹੋ ਗਿਆ ਇੱਕ ਵੈਜੀਟੇਟਿਵ ਸੈੱਲ ਤੇ ਇੱਕ ਜਨਰੇਟਿਵ ਸੈੱਲ ਜਿਹੜਾ ਵੈਜੀਟੇਟਿਵ ਸੈੱਲ ਆ ਉਹਦਾ ਕੀ ਆ ਉਹ ਵੱਡਾ ਹੁੰਦਾ ਗਾ ਐਂਡ ਉਹਦੇ ਕੋਲ ਰੈਗੂਲਰਲੀ ਸ਼ੇਪਡ ਨਿਊਕਲੀਅਸ ਹੁੰਦਾ ਗਾ ਅਤੇ ਜਿਹੜਾ ਜਨਰੇਟਿਵ ਸੈੱਲ ਉਹ ਛੋਟਾ ਹੁੰਦਾ ਅਤੇ ਉਹਦੇ ਕੋਲ ਸਪਿੰਡਲ ਸ਼ੇਪ ਨਿਊਕਲੀਅਸ ਪ੍ਰੈਜ਼ੈਂਟ ਹੁੰਦਾ ਗਾ ਠੀਕ ਹੈ ਸੋ ਫਸਟ ਕਰਦਾ ਅਸੀਂ ਆਪਣਾ ਲਾਰਜ ਵਿਊ ਆਫ ਪੋਲਨ ਗ੍ਰੇਨ ਟੈਟਰਾਡ ਫਸਟ ਇਹ ਡਾਇਗ੍ਰਾਮ ਇਹਦਾ ਸੀ ਸੈਕਿੰਡ ਇਜ਼ ਦ ਸਟੇਜਸ ਆਫ ਦ ਮੈਚੋਰਿੰਗ stages of a microspore maturing into a pollen grain. Next, 60% ਐਂਜੀਓਸਪਰਮਸ ਦੇ ਜਿਹੜੇ ਪੋਲਨ ਗ੍ਰੇਨ ਨੇ ਉਹ 2 ਸੈਲਡ ਸਟੇਜ ਦੇ ਉੱਪਰ ਜਿਹੜੇ ਆ ਸ਼ੈਡ ਹੋ ਜਾਂਦੇ ਆ ਠੀਕ ਹੈ ਵਾਈ ਬਿਕੋਜ਼ ਆਪਾਂ ਨੂੰ ਇਹ ਤਾਂ ਸ਼ੋਰ ਹੈ ਨਹੀਂ ਗਾ ਹੈ ਨਾ ਆਪਾਂ ਨੂੰ ਇਹ ਪਲਾਂਟ ਨੂੰ ਕਿ ਉਹਦੇ ਸਾਰੇ ਦੇ ਸਾਰੇ ਹੀ ਜਿਹੜੇ ਪੋਲਨ ਗ੍ਰੇਨਸ ਦੇ ਮੁਕਾਮ ਤੱਕ ਪਹੁੰਚਣਗੇ ਉਸ ਸਟੇਗਮਾ ਤੱਕ ਪਹੁੰਚਣਗੇ ਇਸ ਕਰਕੇ ਕਹਿੰਦਾ ਕਿ ਸਾਰਿਆਂ ਨੇ ਪਹੁੰਚਣਾ ਤਾਂ ਹੈ ਨਹੀਂਗਾ ਤਾਂ ਪਹਿਲਾਂ ਹੀ ਸਾਰਿਆਂ ਦੇ ਉੱਪਰ ਐਨਰਜੀ ਵੇਸਟ ਕਰਨਾ ਹੈ ਨਾ ਪਹਿਲਾਂ ਹੀ ਇੱਕ ਜਨਰੇਟਿਵ ਸੈਲ ਤੇ ਦੋ ਮਿਕਸ ਬਣਾਉਣ ਦੇ ਵਿੱਚ ਐਨਰਜੀ ਵੇਸਟ ਕਰਨਾ ਕਿਉਂਕਿ ਡਿਵੀਜ਼ਨ ਦੇ ਵਿੱਚ ਤਾਂ ਐਨਰਜੀ ਚਾਹੀਦੀ ਹੁੰਦੀ ਹੈ ਰਾਈਟ ਇਟ ਇਜ਼ ਨਾਟ ਵਰਥ ਇਟ ਠੀਕ ਹੈ ਇਸ ਕਰਕੇ ਉਹ ਨਹੀਂ ਐਨਰਜੀ ਵੇਸਟ ਕਰਦੇ ਜਿਹੜੇ 60% ਐਂਜੀਓਸਪਰਮ ਨੇ ਉਹਨਾਂ ਦੇ ਵਿੱਚ ਜਦੋਂ ਜਿਹੜਾ ਪੋਲਨ ਗ੍ਰੇਨ ਹੈ ਨਾ ਸਟਿਗਮਾ ਦੇ ਉੱਪਰ ਪਹੁੰਚ ਜਾਂਦਾ ਉਦੋਂ ਬਾਅਦ ਹੀ ਇੱਕ ਜਨਰੇਟਿਵ ਸੈਲ ਦੋ ਮਿਲਕ ਵਿੱਚ ਡਿਵਾਈਡ ਕਰਦਾ ਅਤੇ ਜਿਹੜਾ ਨਹੀਂ ਪਹੁੰਚਦਾ ਉਹਨਾਂ ਦੇ ਵਿੱਚ ਡਿਵਾਈਡ ਹੀ ਨਹੀਂ ਕਰਦਾ ਠੀਕ ਹੈ ਉਹ ਅੱਧਾ ਹੀ ਆਪਦੀ ਵਾਇਬਿਲਿਟੀ ਲੋਸ ਕਰ ਦਿੰਦੇ ਆ ਟੂ ਸੈਲ ਸਟੇਜ ਓਨਲੀ ਠੀਕ ਹੈ ਬਟ ਜਿਹੜੇ 40% ਜਿਹੜੇ ਸਪੀਸ਼ੀਜ਼ ਨੇ ਨਾ 40% ਜਿਹੜੇ ਐਂਜੀਓਸਪਰਮ ਨੇ ਉਹ ਕਹਿੰਦੇ ਆਪਨ ਤੋਂ ਭਗਵਾਨ ਹੈ ਠੀਕ ਹੈ ਉਹ ਕਹਿੰਦੇ ਸਾਨੂੰ ਇਹਨੇ ਜਿੰਨੀ ਮਰਜ਼ੀ ਐਨਰਜੀ ਵੇਸਟ ਹੋਵੇ ਕੁਝ ਹੋਵੇ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਆਪਾਂ ਤਾਂ ਬਹੁਤ ਤਾਕਤਵਰ ਆ ਆਪਣੇ ਕੋਲ ਬਹੁਤ ਅਬੰਡੈਂਟ ਐਨਰਜੀ ਆ ਠੀਕ ਹੈ ਤਾਂ ਉਹ ਡਿਸਪਰਸ਼ਨ ਤੋਂ ਪਹਿਲਾਂ ਹੀ ਮਤਲਬ ਜਦੋਂ ਪੋਲਨ ਗ੍ਰੇਨ ਡਿਵੈਲਪਮੈਂਟ ਹੋ ਰਹੀ ਹੁੰਦੀ ਹੈ ਮਾਈਕਰੋਸਪੋਰ ਤੋਂ ਤਾਂ ਉਦੋਂ ਹੀ ਜਿਹੜਾ ਜਨਰੇਟਿਵ ਸੈੱਲ ਆ ਉਦੋਂ ਡਿਸਪਰਸ਼ਨ ਤੋਂ ਪਹਿਲਾਂ ਹੀ ਦੋ ਮਿਲੀਮੀਟਰਸ ਦੇ ਵਿੱਚ ਇੱਕ ਜਨਰੇਟਿਵ ਸੈੱਲ ਪਹਿਲਾਂ ਹੀ ਡਿਵਾਈਡ ਹੋ ਜਾਂਦਾ ਗਾ ਮਤਲਬ ਜਦੋਂ ਸ਼ੈਡ ਹੁੰਦੇ ਆ ਉਦੋਂ ਹੀ ਉਹ ਕੀ ਹੁੰਦੇ ਆ 3 ਸੈਲਡ ਸਟੇਜ ਦੇ ਉੱਪਰ ਹੁੰਦੇ ਆ ਠੀਕ ਹੈ ਉਹਦੇ ਜਿਹੜਾ ਜਨਰੇਟਿਵ ਸੈੱਲ ਮਾਈਟੋਟਿਕਲੀ ਡਿਵਾਈਡ ਕਰਦਾ ਅਤੇ ਦੋ ਮਿਲੀਮੀਟਰਸ ਤੋਂ ਬਣ ਜਾਂਦੇ ਆ ਬਿਫੋਰ ਪੋਲਨ ਗ੍ਰੇਨਸ ਆਰ ਸ਼ੈਡ ਠੀਕ ਹੈ ਕਾਫੀ ਸਾਰੇ ਸਪੀਸੀਜ਼ ਜਿਹੜੇ ਆ ਉਹਨਾਂ ਦੀ ਪੋਲਨ ਗ੍ਰੇਨਸ ਜਿਹੜੇ ਸਿਵੀਅਰ ਐਲਰਜੀਸ ਅਤੇ ਬ੍ਰੌਂਕੀਅਲ ਅਫਲਿਕਸ਼ਨਸ ਕਾਜ਼ ਕਰਦੀ ਆ ਠੀਕ ਹੈ ਕੁਛ ਲੋਕਾਂ ਦੇ ਵਿੱਚ ਅਤੇ ਇਹਨਾਂ ਐਲਰਜੀਸ ਕਰਕੇ ਕਾਫੀ ਕਰੋਨਿਕ ਰੈਸਪੀਰੇਟਰੀ ਡਿਸੀਜ਼ਸ ਵੀ ਜਿਹੜੇ ਆ ਡਿਸਆਰਡਰ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲ ਜਿਵੇਂ ਕਿ ਐਸਮਾ ਅਤੇ ਬ੍ਰੌਂਕਾਈਟਿਸ ਹੋ ਗਿਆ ਰਾਈਟ ਅਤੇ ਇਹ ਵੀ ਮੈਂਸ਼ਨ ਇੱਥੇ ਕਰਨਾ ਚਾਹੀਦਾ
ਕੀਤਾ ਗਿਆ ਕਿ ਜਿਹੜਾ ਪਾਰਥੀਨੀਅਮ ਆ ਉਹ ਕੀ ਹੈ ਵੀਟ ਦੇ ਨਾਲ ਐਜ਼ ਅ ਕੰਟਾਮੀਨੇਟ ਆਇਆ ਸੀਗਾ ਇੰਡੀਆ ਦੇ ਵਿੱਚ, ਠੀਕ ਹੈ। ਵੀਟ ਨੂੰ ਹੀ ਇੰਪੋਰਟ ਕੀਤਾ ਗਿਆ ਸੀ ਫਰੋਮ ਦ USA, ਅਤੇ ਉਹਨਾਂ ਨੇ ਨਾਲ ਕੀ ਆ ਪਾਰਥੀਨੀਅਮ ਨੂੰ ਵੀ ਵੇਚਤਾ। ਉਹ ਕਹਿੰਦੇ ਇੰਡੀਆ ਜਿੰਦਾ ਕਿਵੇਂ ਆ, ਆਪਾਂ ਨੂੰ ਮਾਰਦੇ ਆ, ਕਹਿੰਦੇ ਇੰਡੀਆ ਨਰਸਤ ਕਿਵੇਂ ਆ, ਠੀਕ ਆ। ਤਾਂ ਉਹਨਾਂ ਨੇ ਨਾਲ ਪਾਰਥੀਨੀਅਮ ਵੇਚਤਾ, ਜਿਹਨੂੰ ਕਿ ਕੈਰਟ ਗ੍ਰਾਸ ਜਾਂ ਫਿਰ ਕਾਂਗਰਸੀ ਘਾਹ ਵੀ ਕਿਹਾ ਜਾਂਦਾ ਗਾ, ਠੀਕ ਹੈ। ਵੀਟ ਦੇ ਨਾਲ ਐਜ਼ ਅ ਕੰਟਾਮੀਨੇਟ ਆਇਆ ਅਤੇ ਥੋੜ੍ਹੇ ਸਮੇਂ ਦੇ ਵਿੱਚ ਉਹ ਸਾਰੇ ਕਿਤੇ ਫੈਲ ਗਿਆ, ਯੂਬੀਕੇਸ਼ੀਅਸ ਬਣ ਗਿਆ, ਠੀਕ ਹੈ। ਅਤੇ ਅੱਜ ਉਹ ਕੀ ਹੈ ਪੋਲਨ ਐਨਰਜੀ ਦੀ ਪ੍ਰੋਪਰਟੀ ਜੜ ਆ ਗਈ, ਠੀਕ ਹੈ। ਸਾਰੇ ਕਿਤੇ ਆਪਾਂ ਨੂੰ ਸੜਕਾਂ ਦੇ ਉੱਪਰ ਨਾਲ ਸਾਰੇ ਕਿਤੇ ਆਪਾਂ ਨੂੰ ਜਿਹੜਾ ਕੈਰਟ ਗਰਾਸ ਆ ਉਹ ਦੇਖਣ ਨੂੰ ਮਿਲਦਾ ਹੈ, ਐਂਡ ਇਹ ਬਾਕੀ ਪਲਾਂਟਸ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈਗਾ, ਠੀਕ ਹੈ। ਉਹਨਾਂ ਦੀ ਗਰੋਥ ਨੂੰ ਇਨਹੀਬਿਟ ਕਰਦਾ ਹੈਗਾ, ਠੀਕ ਹੈ, ਪੋਲਨ ਐਨਰਜੀ ਕਾਜ਼ ਕਰਦਾ। ਪੋਲਨ ਗ੍ਰੇਨਸ ਜਿਹੜੇ ਨਿਊਟਰੀਐਂਟਸ ਦੇ ਵਿੱਚ ਰਿਚ ਹੁੰਦੇ ਆ, ਅਤੇ ਅੱਜ ਕੱਲ੍ਹ ਇਹ ਫੈਸ਼ਨ ਹੀ ਬਣ ਗਿਆ ਹੈਗਾ ਪੋਲਨ ਟੈਬਲੇਟਸ ਨੂੰ ਐਜ਼ ਫੂਡ ਸਪਲੀਮੈਂਟਸ ਲੈਣਾ, ਠੀਕ ਹੈ। ਵੈਸਟਰਨ ਕੰਟਰੀ ਦੇ ਵਿੱਚ ਕਾਫੀ ਸਾਰੇ ਪੋਲਨ ਪ੍ਰੋਡਕਟਸ ਜਿਹੜੇ ਆ ਅਵੇਲੇਬਲ ਨੇ ਮਾਰਕੀਟਸ ਦੇ ਵਿੱਚ, ਜਿੱਦਾਂ ਕਿ ਸੀਰਪਸ ਹੋ ਗਈ, ਟੈਬਲੇਟਸ ਹੋ ਗਈਆਂ, ਹੈ ਨਾ, ਕਰੀਮਸ ਹੋ ਗਈਆਂ, ਸ਼ੇਕਸ ਹੋ ਗਏ ਐਂਡ ਆਲ, ਠੀਕ ਹੈ। In Western countries, a large number of pollen products in the form of tablets and syrups are available in the market. Pollen consumption has been claimed to increase the performance of athletes and race horses, ਠੀਕ ਹੈ। ਕਲੇਮ ਕੀਤਾ ਗਿਆ ਕਿ ਪੋਲਨ ਦੀ ਕੰਜ਼ਪਸ਼ਨ ਦੇ ਨਾਲ ਐਥਲੀਟਸ ਦੀ ਅਤੇ ਰੇਸ ਹੋਰਸਿਸ ਦੀ ਜਿਹੜੀ ਪਰਫੋਰਮੈਂਸ ਆ ਉਹ ਇਨਕਰੀਜ਼ ਕੀਤੀ ਜਾਂਦੀ ਆ, ਇਨਕਰੀਜ਼ ਹੋਈ ਆ, ਠੀਕ ਹੈ। ਅਤੇ ਆਪਾਂ ਨੂੰ ਇੱਥੇ ਕੁਝ ਪੋਲਨ ਪ੍ਰੋਡਕਟਸ ਦਿੱਤੇ ਗਏ ਆ, ਦਿਸ ਇਜ਼ ਦ ਐਨਰਜੀ ਸ਼ੇਕ ਐਂਡ ਵਨੀਲਾ ਫਲੇਵਰ ਇਟ ਇਜ਼, net weight is 84 ounce, can't see it properly, ਠੀਕ ਹੈ। ਅਤੇ ਦਿਸ ਇਜ਼ ਦਾ ਪੀ ਪੋਲਨ ਕਰੀਮ, ਠੀਕ ਹੈ। ਅਤੇ ਆ ਕੀ ਆ ਪੀ ਪੋਲਨ ਪਾਵਰ ਐਕਸਟਰੈਕਟ ਹੈਗਾ ਇਹ, ਐਂਡ ਇਹ ਕੀ ਆ ਟੈਬਲੇਟਸ ਨੇ ਪ੍ਰੋਬੇਬਲੀ, ਅਤੇ ਆਪਾਂ ਨੂੰ ਇੱਥੇ ਟੈਬਲੇਟਸ ਦਿੱਤੀਆਂ ਗਈਆਂ ਨੇ ਫਰੋਮ ਇੰਗਲੈਂਡ, ਠੀਕ ਹੈ। ਇਟ ਇਜ਼ ਅ ਵੈਸਟਰਨ ਕੰਟਰੀ ਅਤੇ ਇਹਦਾ ਨੈਟ ਵੇਟ ਕੀ ਆ 45 ounce, ਠੀਕ ਹੈ, 0.45 ounce। Natural bee collected pollen in tiny coil pots, natural food from honeybees। ਜਦੋਂ ਇੱਕ ਵਾਰੀ ਪੋਲਨ ਜਿਹੜੇ ਆ ਸ਼ੈੱਡ ਹੋ ਜਾਂਦੇ ਆ, ਅਤੇ ਪੋਲਨ ਗ੍ਰੇਨਸ ਨੂੰ ਕੀ ਆ ਸਟਿਗਮਾ ਦੇ ਉੱਪਰ ਲੈਂਡ ਹੋਣਾ ਹੁੰਦਾ ਬਿਫੋਰ ਦ ਲੋਸ ਦੀ ਅਵੇਬਿਲਿਟੀ, ਠੀਕ ਹੈ। ਆਪਦੇ ਮਰ ਜਾਣ ਤੋਂ ਪਹਿਲਾਂ ਹੀ ਉਹਨਾਂ ਨੂੰ ਕੀ ਲੈਂਡ ਹੋਣਾ ਜ਼ਰੂਰੀ ਹੈ, ਕਿਉਂਕਿ ਜੇ ਉਹ ਜਿਉਂਦਾ ਹੋਊਗਾ ਪੋਲਨ ਗ੍ਰੇਨ ਤਾਂ ਹੀ ਉਹ ਜਰਮੀਨੇਟ ਕਰ ਪਾਊਗਾ। ਇੱਕ ਵਾਰੀ ਉਹ ਅਵੇਬਿਲਿਟੀ ਉਹਨੇ ਲੋਸ ਕਰਤੀ, ਠੀਕ ਹੈ, ਤਾਂ ਉਹ ਕੀ ਜਰਮੀਨੇਟ ਨਹੀਂ ਕਰ ਪਾਊਗਾ ਅਤੇ ਫਰਟੀਲਾਈਜੇਸ਼ਨ ਨਹੀਂ ਕਰ ਪਾਊਗਾ, ਠੀਕ ਹੈ। ਹਾਊ ਲੌਂਗ ਡੂ ਯੂ ਥਿੰਕ ਦ ਪੋਲਨ ਗ੍ਰੇਨ ਸਿਟ ਇਨ ਵਾਇਬਿਲਿਟੀ, ਠੀਕ ਹੈ। ਤੁਹਾਨੂੰ ਕੀ ਲੱਗਦਾ ਕਿ ਕਿੰਨਾ ਚਿਰ ਜਿਹੜਾ ਪੋਲਨ ਗ੍ਰੇਨ ਉਹ ਵਾਇਬਲ ਰਹਿੰਦਾ ਗਾ, ਠੀਕ ਆ। ਇਹ ਸਪੀਸ਼ੀਜ਼ ਦੇ ਉੱਪਰ ਡਿਪੈਂਡ ਕਰਦੇ ਕਿਹੜੀ ਸਪੀਸ਼ੀਜ਼ ਦੀ ਤੁਸੀਂ ਗੱਲ ਕਰ ਰਹੇ ਹੋ, ਕਿਸੇ ਦਾ ਸਿਰਫ 3-4 ਮਿੰਟ ਰਹਿੰਦਾ, ਅਤੇ ਕਿਸੇ ਦਾ ਜਿਹੜਾ ਕਈ ਮਹੀਨੇ ਵੀ ਰਹਿ ਸਕਦਾ ਹੈਗਾ। ਦ ਪੀਰੀਅਡ ਫॉर ਵਿਚ ਦ ਪੋਲਨ ਗ੍ਰੇਨ remains viable is highly variable ਆ, and to some extent depend on the prevailing temperature ਤੇ humidity। ਜੇ ਤੁਹਾਨੂੰ ਕੋਈ ਕੁਐਸਚਨ ਆਵੇ ਤਾਂ viability of pollen grain depends upon, ਠੀਕ ਹੈ, ਕਾਹਦੇ ਉੱਪਰ ਡਿਪੈਂਡ ਕਰਦੀ ਹੈ, ਡਿਪੈਂਡਸ ਔਨ 2 factors, ਦੈਟ ਇਜ਼ ਦ ਟੈਂਪਰੇਚਰ ਐਂਡ ਦ ਹਿਊਮਿਡਿਟੀ, ਠੀਕ ਹੈ। ਕੁਝ ਸੀਰੀਅਲਸ ਦੇ ਵਿੱਚ ਜਿਵੇਂ ਕਿ ਰਾਈਸ ਹੋ ਗਿਆ, ਵੀਟ ਹੋ ਗਿਆ, ਹੈ ਨਾ, ਪੋਲਨ ਗ੍ਰੇਨਸ ਜਿਹੜੇ ਆ 30 ਮਿੰਟਾਂ ਦੇ ਅੰਦਰ, ਅੱਧੇ ਘੰਟੇ ਦੇ ਅੰਦਰ ਅੰਦਰ ਰਿਲੀਜ਼ ਹੋਣ ਤੋਂ ਬਾਅਦ ਅੱਧੇ ਘੰਟੇ ਦੇ ਅੰਦਰ ਅੰਦਰ ਆਪਣੀ ਵਾਇਬਿਲਿਟੀ ਲੋਸ ਕਰ ਦਿੰਦੇ ਆ। ਮਤਲਬ ਕਿ ਜੇ ਅੱਧੇ ਘੰਟੇ ਦੇ ਅੰਦਰ ਅੰਦਰ ਉਸ ਸਟਿਗਮਾ ਦੇ ਉੱਪਰ ਆਪਦੇ ਮੁਕਾਮ ਤੱਕ ਨਾ ਪਹੁੰਚੇ ਤਾਂ ਉਹ ਮਰ ਜਾਣਗੇ, ਮਰ ਮਿਟ ਜਾਣਗੇ, ਠੀਕ ਹੈ। ਅਤੇ ਜੇ ਪਹੁੰਚ ਗਏ ਤਾਂ ਉਹ ਪੋਲਨ ਟਿਊਬ ਜਰਮੀਨੇਟ ਕਰ ਲੈਣਗੇ, ਠੀਕ ਹੈ। ਅਤੇ ਕੁਝ ਪੋਲਨ ਟਿਊਬ ਜਰਮੀਨੇਟ ਕਰਨ ਤੋਂ ਪਹਿਲਾਂ ਇੱਕ ਕੰਮ ਕੀ ਕਰਨਾ ਹੋਊਗਾ ਉਹਨਾਂ ਨੂੰ, that is the germination cell should divide into 2 main units that should be done before the pollen tube germination, ਠੀਕ ਹੈ। ਕਿ ਕੁਝ ਮੈਂਬਰਸ ਦੇ ਵਿੱਚ ਜਿਵੇਂ ਕਿ ਰੋਜ਼ੇਸ਼ੀਆ, ਲੈਗੂਮੀਨੇਸ਼ੀਆ ਅਤੇ ਸੋਲਾਨੇਸ਼ੀਆ ਹੋ ਗਈ, ਉਹਨਾਂ ਦੇ ਵਿੱਚ ਜਿਹੜੀ ਪੋਲਨ ਗ੍ਰੇਨ ਆ ਉਹਦੀ ਵਾਇਬਿਲਿਟੀ ਮੇਨਟੇਨ ਕਰਕੇ ਰੱਖਦਾ ਕਈ ਮਹੀਨਿਆਂ ਤੱਕ। ਯੂ ਮੇ ਹੈਵ ਹਰਡ ਆਫ ਸਟੋਰਿੰਗ ਸੀਮਨ ਸਪਰਮਸ ਆਫ ਮੈਨੀ ਐਨੀਮਲਸ ਇਨਕਲੂਡਿੰਗ ਹਿਊਮਨਸ ਫॉर ਆਰਟੀਫਿਸ਼ੀਅਲ ਇਨਸੈਮੀਨੇਸ਼ਨ, ਠੀਕ ਹੈ। ਤੁਸੀਂ ਸੁਣਿਆ ਹੋਊਗਾ ਕਿ ਸੀਮਨ ਨੂੰ ਜਾਂ ਸਪਰਮਸ ਨੂੰ ਕਈ ਐਨੀਮਲਸ ਦੇ ਇਨਕਲੂਡਿੰਗ ਹਿਊਮਨਸ ਉਹਨੂੰ ਕੀ ਹੈ ਸਟੋਰ ਕਰਕੇ ਰੱਖਿਆ ਜਾਂਦਾ ਹੈਗਾ, ਠੀਕ ਹੈ, ਆਰਟੀਫਿਸ਼ੀਅਲ ਇਨਸੈਮੀਨੇਸ਼ਨ ਦੇ ਲਈ, ਠੀਕ ਹੈ। ਅਤੇ ਇਹ ਸੇਮ ਤਰੀਕੇ ਨਾਲ, ਠੀਕ ਹੈ, ਆਪਾਂ ਕੀ ਹੈ ਪੋਲਨ ਗ੍ਰੇਨਸ ਨੂੰ ਵੀ ਸਟੋਰ ਕਰਕੇ ਰੱਖ ਸਕਦੇ ਹਾਂ। ਮਤਲਬ ਕਿ ਜੇ ਆਪਾਂ ਉਹਨਾਂ ਨੂੰ ਇਸ ਤਰ੍ਹਾਂ ਸਟੋਰ ਕਰਕੇ ਰੱਖਦੇ ਹਾਂ ਕਿ ਆਪਦੀ ਵਾਇਬਿਲਿਟੀ ਕਈ ਸਾਲ ਨਾ ਗਵਾਉਣ, ਜਿੱਥੇ ਕੀ ਆ ਜਿਵੇਂ ਵੀਟ ਅਤੇ ਰਾਈਸ ਦੀ ਗੱਲ ਕਰੀਏ, ਜਿੱਥੇ ਕਿ ਜੇ ਅੱਧੇ ਘੰਟੇ ਦੇ ਅੰਦਰ ਅੰਦਰ ਆਪਦੇ ਮੁਕਾਮ ਤੱਕ ਨਾ ਪਹੁੰਚੀ ਤਾਂ ਮਰ ਜਾਣਗੇ। ਬਟ ਜੇ ਆਪਾਂ ਉਹਨੂੰ ਇੱਦਾਂ ਸਟੋਰ ਕਰਕੇ ਰੱਖਾਂਗੇ ਤਾਂ ਉਹਨੂੰ ਭਾਵੇਂ ਆਪਾਂ 10 ਸਾਲਾਂ ਬਾਅਦ ਸਟਿਗਮਾ ਤੱਕ ਪਹੁੰਚਾਈਏ ਤਾਂ ਵੀ ਜਰਮੀਨੇਟ ਕਰ ਜੂਗੀ ਉਹਨਾਂ ਦੀ ਪੋਲਨ ਟਿਊਬ, ਠੀਕ ਹੈ। ਅਤੇ ਇਸ ਟੈਕਨੀਕ ਨੂੰ ਆਪਾਂ ਕਹਿੰਦੇ ਹਾਂ ਕ੍ਰਿਓ ਪ੍ਰਿਜ਼ਰਵੇਸ਼ਨ, ਠੀਕ ਹੈ। ਕ੍ਰਿਓ ਪ੍ਰਿਜ਼ਰਵੇਸ਼ਨ ਕਿਹਾ ਜਾਂਦਾ ਲਾਰਜ ਨੰਬਰ ਆਫ ਸਪੀਸ਼ੀਜ਼ ਦੇ ਜਿਹੜੇ ਪੋਲਨ ਗ੍ਰੇਨਸ ਨੂੰ ਆਪਾਂ ਸਾਲਾਂ ਤੱਕ ਇੱਦਾਂ ਪ੍ਰੀਜ਼ਰਵ ਕਰਕੇ ਰੱਖ ਸਕਦੇ ਹਾਂ। ਕਾਹਦੇ 'ਚ ਪ੍ਰੀਜ਼ਰਵ ਕਰਦੇ ਹਾਂ, ਲਿਕੁਅਡ ਨਾਈਟ੍ਰੋਜਨ ਦੇ ਵਿੱਚ, ਠੀਕ ਹੈ। ਅਤੇ ਲਿਕੁਅਡ ਨਾਈਟ੍ਰੋਜਨ ਨੂੰ -196 ਡਿਗਰੀ ਸੈਲਸੀਅਸ ਦੇ ਉੱਪਰ ਆਪਾਂ ਪ੍ਰੀਜ਼ਰਵ ਕਰ ਸਕਦੇ ਹਾਂ, ਠੀਕ ਹੈ। ਸੇਮ ਹੀ ਚੀਜ਼ ਸੀਮਨ ਦੇ ਨਾਲ ਹੁੰਦੀ ਆ, ਸੀਮਨ ਦੀ ਵੀ
ਪ੍ਰਜ਼ਰਵੇਸ਼ਨ ਨੂੰ ਕ੍ਰਾਇਓ ਪ੍ਰਜ਼ਰਵੇਸ਼ਨ ਹੀ ਕਿਹਾ ਜਾਂਦਾ ਹੈਗਾ, ਠੀਕ ਹੈ। ਅਤੇ ਉਹਨਾਂ ਦੇ ਵਿੱਚ ਵੀ ਜਿਹੜਾ ਸੀਮਨ ਆ, ਠੀਕ ਹੈ, ਐਨੀਮਲਸ ਦਾ ਸੀਮਨ ਵੀ ਲਿਕੁਇਡ ਨਾਈਟ੍ਰੋਜਨ ਦੇ ਵਿੱਚ ਹੀ -196 ਡਿਗਰੀ ਸੈਲਸੀਅਸ ਦੇ ਉੱਪਰ ਹੀ ਪ੍ਰੀਜ਼ਰਵ ਕੀਤਾ ਜਾਂਦਾ ਹੈਗਾ, ਠੀਕ ਹੈ। ਅਤੇ ਜਿਹੜੇ ਸਟੋਰਡ ਪੋਲਨਸ ਹੁੰਦੇ ਆ ਉਹਨਾਂ ਨੂੰ ਕਿ ਆਪਾਂ ਪੋਲਨ ਬੈਂਕਸ ਕਹਿੰਦੇ ਆ, ਦੇ ਆਰ ਸਿਮਿਲਰ ਟੂ ਦ ਸੀਡ ਬੈਂਕਸ ਮੀਨਸ ਸਟੋਰਡ ਸੀਡਸ ਯੂ ਕੈਨ ਸੀ, ਠੀਕ ਹੈ। ਅਤੇ ਇਹਨਾਂ ਨੂੰ ਕੀ ਆ ਕ੍ਰੌਪ ਬਰੀਡਿੰਗ ਪ੍ਰੋਗਰਾਮਸ ਦੇ ਵਿੱਚ ਯੂਜ਼ ਕੀਤਾ ਜਾਂਦਾ। ਤੇ ਪਿਸਟਲ ਮੈਗਾਸਪੋਰੈਂਜੀਅਮ ਓਵਿਊਲ ਐਂਡ ਐਂਬ੍ਰਿਓਸੈਕ, ਜਿਹੜਾ ਗਾਇਨੋਸ਼ੀਅਮ ਹੁੰਦਾ ਗਾ ਉਹ ਕੀ ਆ ਫੀਮੇਲ ਰੀਪਰੋਡਕਟਿਵ ਪਾਰਟ ਨੂੰ, ਠੀਕ ਹੈ, ਫਲਾਵਰ ਦੇ ਫੀਮੇਲ ਰੀਪਰੋਡਕਟਿਵ ਪਾਰਟ ਨੂੰ ਰਿਪਰੈਜ਼ੈਂਟ ਕਰਦਾ ਹੈਗਾ। ਜਿਹੜਾ ਗਾਇਨੋਸ਼ੀਅਮ ਆ ਉਹਦੇ ਵਿੱਚ ਕੀ ਹੁੰਦਾ, ਸਿੰਗਲ ਪਿਸਟਲ ਵੀ ਹੋ ਸਕਦੀ ਆ, ਮੈਨੂੰ ਇਹ ਚੈੱਕ ਕਰਨਾ ਪੈਂਦਾ ਕਿ ਮੇਰੀ ਰਿਕਾਰਡਿੰਗ ਚੱਲ ਵੀ ਰਹੀ ਆ। ਜਿਹੜਾ ਗਾਇਨੋਸ਼ੀਅਮ ਹੁੰਦਾ ਉਹਦੇ ਵਿੱਚ ਕੀ ਆ ਸਿੰਗਲ ਪਿਸਟਲ ਵੀ ਹੋ ਸਕਦੀ ਹੈ ਜਿਹਨੂੰ ਕਿ ਆਪਾਂ ਮੋਨੋਕਾਰਪੈਲਰੀ ਕਹਿੰਦੇ ਹਾਂ, ਅਤੇ ਇੱਕ ਤੋਂ ਵੱਧ ਪਿਸਟਲ ਵੀ ਹੋ ਸਕਦੀ ਹੈ, ਜਿਸ ਕੰਡੀਸ਼ਨ ਨੂੰ ਆਪਾਂ ਕੀ ਕਹਿੰਦੇ ਹਾਂ ਮਲਟੀਕਾਰਪੈਲਰੀ ਕਹਿੰਦੇ ਹਾਂ, ਠੀਕ ਆ। ਜੇ ਇੱਕ ਤੋਂ ਵੱਧ ਪਿਸਟਲਸ ਹੋਈਆਂ, ਠੀਕ ਹੈ, ਤਾਂ ਜਿਹੜੀ ਪਿਸਟਲਸ ਨੇ ਇੱਕ ਦੂਸਰੇ ਨਾਲ ਫਿਊਜ਼ ਵੀ ਹੋ ਸਕਦੀਆਂ ਨੇ, ਅਤੇ ਇਸ ਕੰਡੀਸ਼ਨ ਨੂੰ ਆਪਾਂ ਸਿਨਕਾਰਪਸ ਕਹਿੰਦੇ ਹਾਂ। ਅਤੇ ਸਿਨਕਾਰਪਸ ਦਾ ਬੈਸਟ ਐਗਜ਼ਾਮਪਲ ਇਜ਼ ਪੈਪੇਵਰ, ਠੀਕ ਹੈ। ਪੈਪੇਵਰ ਇਜ਼ ਦ best example of syncarpus condition, and hibiscus is also good example, ਠੀਕ ਹੈ। ਅਤੇ ਉਹ ਫਰੀ ਵੀ ਹੋ ਸਕਦੀਆਂ, ਜੇ ਮਲਟੀਕਾਰਪੈਲਰੀ ਕੰਡੀਸ਼ਨ ਹੋਈ ਤਾਂ ਜਿਹੜੇ ਵੇਰੀਅਸ ਓਵਰੀਜ਼ ਹੋਣਗੀਆਂ ਉਹ ਫਰੀ ਵੀ ਹੋ ਸਕਦੀਆਂ ਨੇ, ਅਤੇ ਇਸ ਕੰਡੀਸ਼ਨ ਨੂੰ ਕਿਹਾ ਜਾਂਦਾ ਹੈਗਾ ਐਪੋਕਾਰਪਸ, ਠੀਕ ਹੈ। ਇਹਦਾ ਐਗਜ਼ਾਮਪਲ ਹੈਗਾ ਗਾ ਮਾਈਸ਼ੀਲੀਆ। ਈਚ ਪਿਸਟਲ ਹੈਜ਼ 3 ਪਾਰਟਸ, ਹਰ ਇੱਕ ਪਿਸਟਲ ਦੇ ਉੱਪਰ ਹਰ ਇੱਕ ਪਿਸਟਲ ਦੇ ਕੋਲ 3 ਪਾਰਟਸ ਹੁੰਦੇ ਆ। ਸਟਿਗਮਾ ਸਟਾਈਲ ਦੀ ਓਵਰੀ 'ਚ, ਠੀਕ ਹੈ। ਜਿਹੜਾ ਸਟਿਗਮਾ ਹੈਗਾ ਉਹ ਕੀ ਆ ਲੈਂਡਿੰਗ ਪਲੇਟਫਾਰਮ ਆ ਪੋਲਨ ਗ੍ਰੇਨਸ ਦਾ, ਠੀਕ ਹੈ। ਜਿਹੜਾ ਸਟਾਈਲ ਆ ਉਹ ਕੀ ਆ ਇਲੋਂਗੇਟਡ ਸਲੈਂਡਰ ਮੀਨਸ ਪਤਲਾ ਪਤਲਾ ਪਾਰਟ ਹੁੰਦਾ ਹੈਗਾ ਬੀਨੀਥ ਦ ਸਟਿਗਮਾ ਦੇ ਨੀਚੇ ਪ੍ਰੈਜ਼ੈਂਟ ਹੁੰਦਾ। ਤੇ ਬੇਸਲ ਬਲਜ ਪਾਰਟ ਆਫ ਦ ਪਿਸਟਲ ਇਜ਼ ਦ ਓਵਰੀ, ਠੀਕ ਹੈ। ਜਿਹੜਾ ਸਭ ਤੋਂ ਨੀਚੇ ਬਲਜਡ ਪਾਰਟ ਬਲਬ ਲਾਈਕ ਸਟਰਕਚਰ ਪ੍ਰੈਜ਼ੈਂਟ ਹੁੰਦਾ ਹੈਗਾ ਪਿਸਟਲ ਦੇ, ਠੀਕ ਹੈ। ਦੈਟ ਇਜ਼ ਕੋਲਡ ਦ ਓਵਰੀ, ਤੇ ਓਵਰੀ ਦੇ ਅੰਦਰ ਹੀ ਸਭ ਕੁਛ ਮਟੀਰੀਅਲ ਪ੍ਰੈਜ਼ੈਂਟ ਹੁੰਦਾ, ਦੈਟ ਇਜ਼ ਅੰਬਰੇਜ਼ਾ।